ਜੈ ਗੁਰਦੇਵ ਜੈ ਭੀਮ। ਕੰਚ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਐਸਕੇ ਬੈਂਸ ਸਵਾਗਤ ਕਰਦਾ ਹਾਂ। ਦਰਸ਼ਕੋ, ਆਪਾਂ ਜਾਣਦੇ ਹਾਂ ਕਿ ਭਾਰਤ ਦੇਸ਼ ਵਿੱਚ ਇਸ ਸਮੇਂ ਜੇਕਰ ਗੱਲ ਕੀਤੀ ਜਾਵੇ ਤਾਂ ਇੱਕੋ ਹੀ ਮੁੱਦਾ ਜਿਹੜਾ ਸਭ ਤੋਂ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਿਹਾ ਆ, ਉਹ ਮੁੱਦਾ ਹੈ ਜਿਹੜਾ ਮਨੀਸ਼ਾ ਬਾਲਮੀਕੀ ਨਾਲ ਹੱਤਿਆਚਾਰ ਹੋਇਆ, ਉਸ ਨਾਲ ਗੈਂਗ ਰੇਪ ਹੋਇਆ ਤੇ ਗੈਂਗ ਰੇਪ ਤੋਂ ਬਾਅਦ ਉਸ ਦੀ ਦਰਦਨਾਕ ਜਿਹੜੀ ਮੌਤ ਹੋਈ ਆ। ਇਸ ਮਸਲੇ ਨੂੰ ਲੈ ਕੇ ਆਪਾਂ ਸਾਰਿਆਂ ਨੇ ਮੀਡੀਆ ਵੀ ਦੇਖਿਆ ਕਿ ਜਿਹੜਾ ਨੈਸ਼ਨਲ ਮੀਡੀਆ ਆ ਉਹਨਾਂ ਦਾ ਕੀ ਰੁਖ ਸੀ, ਸਰਕਾਰਾਂ ਦਾ ਕੀ ਰੁਖ ਸੀ, ਪ੍ਰਸ਼ਾਸਨ ਦਾ ਕੀ ਰੁਖ ਸੀ, ਜਿਹੜੀ ਉੱਥੇ ਦੀ ਪੁਲਿਸ ਵਿਵਸਥਾ ਆ ਉਹਦੇ ਉੱਤੇ ਵੀ ਵੱਡੇ ਵੱਡੇ ਸਵਾਲ ਖੜੇ ਹੋਏ। ਸੋ ਇਸ ਮਸਲੇ ਨੂੰ ਲੈ ਕੇ ਅਤੇ ਔਰਤਾਂ ਦੇ ਜਿਹੜੇ ਹੋਰ ਕਾਫੀ ਮਸਲੇ ਆ ਉਹਦੇ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਰਾਬਤਾ ਅਸੀਂ ਕਾਇਮ ਕੀਤੀ ਹੈ ਫਗਵਾੜਾ ਤੋਂ ਹਰਪ੍ਰੀਤ ਕੌਰ ਹਰੀਆਬਾਜੀ ਉਹਨਾਂ ਨਾਲ, ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਇਸ ਮੁੱਦੇ ਨੂੰ ਲੈ ਕੇ, ਜਾਂ ਜਿਹੜੇ ਔਰਤਾਂ ਨੂੰ ਹੋਰ ਸਮਾਜ ਵਿੱਚ ਜਾਂ ਇਸ ਭਾਰਤ ਦੇਸ਼ ਵਿੱਚ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰਪ੍ਰੀਤ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੰਚ ਟੀਵੀ। ਥੈਂਕ ਯੂ ਜੀ। ਜੈ ਭੀਮ, ਜੈ ਭਾਰਤ ਸਾਰਿਆਂ ਨੂੰ ਜੀ। ਹਰਪ੍ਰੀਤ ਕੌਰ ਹਰੀਆਬਾਦ ਤੋਂ ਆ ਮੈਂ ਜੀ। ਤੇ ਅੱਜ ਕੱਲ ਜੋ ਮੁੱਦਾ ਚੱਲ ਰਿਹਾ ਆ ਉਹ ਹੈ ਹਥਰਸ ਕਾਂਡ ਦਾ, ਤੇ ਭੈਣ ਮਨੀਸ਼ਾ ਬਾਲਮੀਕ ਜੀ ਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ, ਤੇ ਉਸ ਚੀਜ਼ ਦਾ ਉਹਨਾਂ ਦੇ ਪਰਿਵਾਰ ਨੂੰ ਹਾਲੇ ਤੱਕ ਨਾ ਇਨਸਾਫ ਮਿਲਣਾ, ਇਹ ਬਹੁਤ ਹੀ ਵੱਡਾ ਸਾਡੇ ਭਾਰਤ ਦੀ ਸਰਕਾਰ ਦਾ ਫੇਲੀਅਰ ਹੈ। ਇਸ ਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਇਸ ਦੇ ਮੁੱਖ ਜ਼ਿੰਮੇਵਾਰ ਯੂਪੀ ਸਰਕਾਰ ਤੇ ਮੋਦੀ ਸਰਕਾਰ ਹੈ। ਤੇ ਇਸ ਭਾਰਤ ਦੇਸ਼ ਦੇ ਵਿੱਚ ਸਾਡੇ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਜੀ ਨੇ ਔਰਤ ਨੂੰ ਸੰਵਿਧਾਨ ਦੇ ਦੁਆਰਾ ਇੰਨੀ ਆਜ਼ਾਦੀ ਲੈ ਕੇ ਦਿੱਤੀ ਆ, ਤੇ ਇਹਦਾ ਕਾਰਨ ਇਹੀ ਆ ਕਿ ਸੰਵਿਧਾਨ ਜਿਹੜਾ ਆ RSS ਦੀਆਂ ਨੀਤੀਆਂ ਦੇ ਤਹਿਤ ਭਾਰਤ ਦੇ ਵਿੱਚ ਸਹੀ ਲਾਗੂ ਨਹੀਂ ਹੈ, ਪੂਰਨ ਤੌਰ ਤੇ ਲਾਗੂ ਨਹੀਂ ਹੈਗਾ, ਤੇ ਇਸ ਲਈ ਸਾਡੇ ਦੇਸ਼ ਦੇ ਵਿੱਚ ਔਰਤ ਨੂੰ ਇਨਸਾਫ ਨਹੀਂ ਮਿਲਦਾ। ਬਹੁਤ ਹੀ ਵਾਰੀ ਸਾਡੇ ਸਮਾਜ ਦੇ ਵਿੱਚ ਸਾਡੇ ਦਲਿਤ ਸਮਾਜ ਦੀਆਂ, ਦਲਿਤ ਵਰਗ ਦੀਆਂ ਔਰਤਾਂ ਦੇ ਨਾਲ ਗਲਤ ਹੋਇਆ ਆ, ਤੇ ਉਹਨਾਂ ਦੇ ਨਾਲ ਇੰਨੀਆਂ ਦੁਖਦਾਇਕ ਦਰਦਨਾਕ ਘਟਨਾਵਾਂ ਹੁੰਦੀਆਂ, ਤੇ ਮੌਤ ਦੀ ਭੇਟ ਵੀ ਬਹੁਤ ਹੀ ਲੜਕੀਆਂ ਚੜੀਆਂ ਆ। ਪਰ ਅੱਜ ਤੱਕ ਮੈਂ ਦੇਖਿਆ ਕਿ ਇਨਸਾਫ ਬਹੁਤ ਮੁਸ਼ਕਿਲ ਮਿਲਦਾ, ਜੇ ਕਿਸੇ ਨੂੰ ਮਿਲਦਾ ਆ ਤਾਂ। ਹਰਪ੍ਰੀਤ ਜੀ, ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੀ ਮੋਦੀ ਸਰਕਾਰ ਆ, ਆਪਾਂ ਵੀ ਜ਼ਿਆਦਾਤਰ ਦੇਖਦੇ ਹਾਂ ਕਿ ਉਹਨਾਂ ਨੂੰ RSS ਨਾਲ ਜੋੜਿਆ ਜਾਂਦਾ ਹੈ, ਤੇ ਸਾਰੇ ਜਾਣਦੇ ਆ ਕਿ ਜਿਹੜੇ ਉਹਨਾਂ ਦੀ ਵਿਚਾਰਧਾਰਾ ਆ ਉਹੀ BJP ਦੀ ਵਿਚਾਰਧਾਰਾ ਆ। ਇਸ ਦੇਸ਼ ਵਿੱਚ ਜਿਹੜੀ ਸੱਤਾ ਵਿੱਚ ਮੋਦੀ ਸਰਕਾਰ ਆ, ਤੇ ਜਿੱਥੇ ਘਟਨਾ ਹੁੰਦੀ ਹੈ ਹਾਥਰਸ ਵਿੱਚ ਉਹ UP ਸਰਕਾਰ ਜਿਹੜੀ ਉਹ ਵੀ ਭਾਜਪਾ ਸਰਕਾਰ ਹੈ। ਤੁਸੀਂ ਇਹ ਜਿਹੜਾ ਸਾਰੇ ਮਸਲਾ ਹੈ ਉਸ ਨੂੰ ਕਿਸ ਲਿਹਾਜ਼ ਨਾਲ ਲੈਂਦੇ ਹੋ, ਕਿਉਂਕਿ ਤੁਸੀਂ ਵੀ ਇੱਕ ਔਰਤ ਹੋ ਤੇ ਔਰਤ ਦਾ ਦਰਦ ਸ਼ਾਇਦ ਜਿਹੜੇ ਕਹਿੰਦੇ ਨੇ ਮਰਦ ਨਾਲੋਂ ਜ਼ਿਆਦਾ ਤੁਸੀਂ ਸਮਝਦੇ ਹੋ, ਕਿਉਂਕਿ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਕੋਈ ਪਹਿਲੀ ਘਟਨਾ ਨਹੀਂ, ਇਹ ਵੀ ਤੁਹਾਨੂੰ ਪਤਾ ਹੈ, ਕਿਉਂਕਿ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਕਾਫੀ ਪਹਿਲਾਂ ਵੀ ਵਾਪਰ ਚੁੱਕੀਆਂ ਆ। ਕੀ ਜਿਹੜਾ ਵੱਡਾ ਇਹਦਾ ਕਾਰਨ ਹੈ ਕਿ ਜਿਹੜਾ ਹਾਲੇ ਤੱਕ ਵੀ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਆ ਤੇ ਬਾਅਦ ਵਿੱਚ ਜਿਹੜਾ ਉਹਨਾਂ ਨੂੰ ਇਨਸਾਫ ਵੀ ਨਹੀਂ ਮਿਲਦਾ? ਦੇਖੋ ਜੀ, ਸਾਡੇ ਸੈਂਟਰ ਦੇ ਵਿੱਚ ਸਰਕਾਰ ਮੋਦੀ ਦੀ ਹੈ, ਤੇ ਜਿੱਥੇ ਸਰਕਾਰ ਯੋਗੀ ਦੀ ਆ, ਤੇ ਉੱਥੇ ਇੱਕ ਦਲਿਤ ਵਰਗ ਦੀ ਲੜਕੀ ਦੇ ਨਾਲ ਇਹ ਘਟਨਾਕਾਂਡ ਵਾਪਰਿਆ ਆ, ਤੇ ਉਹਦਾ ਇਨਸਾਫ ਹਾਲੇ ਤੱਕ ਨਹੀਂ ਮਿਲਿਆ। ਇਹਦੇ ਵਿੱਚ ਬਿਲਕੁਲ ਮੋਦੀ ਤੇ ਯੋਗੀ ਸਰਕਾਰ ਦੋਸ਼ੀ ਆ, ਕਿਉਂਕਿ ਇਹਨਾਂ ਨੇ ਹਮੇਸ਼ਾ ਉੱਚ ਵਰਗ ਦਾ ਹੀ ਪੱਖ ਕੀਤਾ ਹੈ, ਦਲਿਤ ਵਰਗ ਦਾ ਪੱਖ ਅੱਜ ਤੱਕ ਇਹਨਾਂ ਨੇ ਕਦੀ ਨਹੀਂ ਕੀਤਾ। ਜਦੋਂ ਤੋਂ ਇਹਨਾਂ ਦੀਆਂ ਸਰਕਾਰਾਂ ਉਦੋਂ ਤੋਂ ਹੀ ਦਲਿਤ ਬੱਚਿਆਂ ਤੇ ਬੇਟੀਆਂ ਤੇ ਔਰਤਾਂ ਤੇ ਬਹੁਤ ਅਤਿਆਚਾਰ ਹੋਇਆ ਆ। ਜਿਸ ਤਰ੍ਹਾਂ ਆਪਾਂ ਹੁਣ ਕਿਉਂਕਿ ਇਸ ਸਮੇਂ ਸਾਰਿਆਂ ਨੂੰ ਪਤਾ ਕਿ ਜਿਹੜੀ ਮਨੀਸ਼ਾ ਬਾਲਮੀਕੀ ਉਹ ਇੱਕ ਦਲਿਤ ਸਮਾਜ ਨਾਲ, ਗਰੀਬ ਘਰ ਨਾਲ ਜਿਹੜਾ ਸੰਬੰਧ ਰੱਖਦੀ ਸੀ, ਪਰ ਜ਼ਿਆਦਾਤਰ ਦੇਖਿਆ ਆਪਾਂ ਕਿ ਜਿਹੜੇ ਇਦਾਂ ਦੇ ਜਿਹੜੇ ਮਾੜੇ ਆਨਸਰ ਹੁੰਦੇ ਆ, ਜਾਂ ਕਹਿ ਲਈਏ ਕਿ ਜਿਹੜੇ ਇੱਕ ਤਰ੍ਹਾਂ ਦੇ ਆਪਾਂ ਕੁੱਤੇ ਕਹਿ ਸਕਦੇ ਇਹਨਾਂ ਨੂੰ, ਕਿ ਜਿਹੜੇ ਔਰਤਾਂ ਨਾਲ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ, ਆਪਾਂ ਹਮੇਸ਼ਾ ਸੋਚਦੇ ਆ ਕਿ ਜਿਹੜੇ ਇਦਾਂ ਦੇ ਕੁੱਤੇ ਜਾਂ ਆਪਾਂ ਦੇਖਦੇ ਵੀ ਜਿਹੜੇ ਜਦੋਂ ਕੁੱਤਾ ਹਲਕ ਜਾਂਦਾ ਆ ਉਸ ਸਮੇਂ ਉਹ ਫਿਰ ਇਹ ਨਹੀਂ ਦੇਖਦਾ ਕਿ ਉਹਦਾ ਮਾਲਕ ਕੌਣ ਆ ਤੇ ਕੌਣ ਉਸ ਨੂੰ ਜਿਹਨੇ ਪਾਲਿਆ ਆ। ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜੇ ਆਪਣੇ ਆਪ ਨੂੰ ਜਾਂ ਉੱਚੀ ਜਿਹੜੀ ਜਾਤੀ ਦਾ ਸਰਟੀਫਿਕੇਟ ਦੇ ਕੇ ਬੈਠੇ ਆ, ਜਾਂ ਉਹਨਾਂ ਦੀ ਧੌਣ ਵਿੱਚ ਜਿਹੜਾ ਕੀਲਾ ਫਸਿਆ ਹੈ ਕਿ ਅਸੀਂ ਉੱਚ ਜਾਤੀ ਦੇ ਆ, ਉਹਨਾਂ ਨਾਲ ਵੀ ਜਿਹੜੀਆਂ ਉਹਨਾਂ ਦੀਆਂ ਲੜਕੀਆਂ ਤੇ ਕਿਤੇ ਨਾ ਕਿਤੇ ਜਾ ਕੇ ਜਿਹੜੇ ਇਦਾਂ ਦੇ ਦਰਿੰਦੇ ਆ ਉਹਨਾਂ ਦੇ ਘਰ ਤੱਕ ਵੀ ਜਿਹੜੀ ਅੱਗ ਪਹੁੰਚ ਸਕਦੀ ਹੈ? ਹਾਂਜੀ, ਦੇਖੋ, ਇਹ ਜੋ ਦਰਿੰਦੇ ਆ ਜਾਂ ਹਲਕੇ ਹੋਏ ਕੁੱਤੇ, ਇਹਨਾਂ ਨੂੰ BJP ਦੀ ਸ਼ਹਿ ਆ, ਸਿੱਧੇ ਤੌਰ ਤੇ ਇਹਨਾਂ ਨੂੰ ਮੋਦੀ ਤੇ ਯੋਗੀ ਸਰਕਾਰ ਦੀ ਸ਼ਹਿ ਆ, ਤੇ ਇਸ ਲਈ ਇਹਨਾਂ ਦਾ ਹੌਸਲਾ ਵਧਦਾ, ਕਿਉਂਕਿ ਇਹ ਅਤਿਆਚਾਰ ਤੇ ਅਤਿਆਚਾਰ ਜਦੋਂ ਕਰਦੇ ਆ, ਪਹਿਲਾਂ ਇੱਕ ਲੜਕੀ ਨਾਲ ਹੋਇਆ, ਫਿਰ ਥੋੜੇ ਟਾਈਮ ਬਾਅਦ ਦੂਸਰੀ ਲੜਕੀ ਨਾਲ ਹੋ ਜਾਂਦਾ, ਤੀਜੀ ਨਾਲ, ਚੌਥੀ ਨਾਲ, ਇਦਾਂ ਹੀ ਇਹ ਸੀਰੀਜ਼ ਚੱਲਦੀ ਰਹਿੰਦੀ ਆ, ਤੇ ਮੋਦੀ ਯੋਗੀ ਸਰਕਾਰ ਕੋਈ ਇਨਸਾਫ ਨਹੀਂ ਕਰਦੀ, ਤੇ ਇਸ ਤਰ੍ਹਾਂ ਇਦਾਂ ਦੇ ਦਰਿੰਦਿਆਂ ਦਾ ਹੌਸਲਾ ਵਧਦਾ ਆ, ਤੇ ਇਹਨਾਂ ਨੂੰ BJP ਦੀ ਸ਼ਹਿ ਆ। ਮੇਨ ਕਾਰਨ ਕੀ ਮੰਨਦੇ ਹੋ? ਕਿਉਂਕਿ ਆਪਾਂ ਨਾਰਮਲੀ ਜਦੋਂ ਵੀ ਇਦਾਂ ਦੀ ਕੋਈ ਘਟਨਾ ਵਾਪਰਦੀ ਆ, ਚਲੋ ਅਸੀਂ ਨਹੀਂ ਕਹਿੰਦੇ ਕਿ ਸਾਡੀ ਜਾਂ ਜੇ ਦਲਿਤ ਸਮਾਜ ਦੀ ਧੀ ਨਾਲ ਹੋਇਆ ਆ, ਨਾਰਮਲੀ ਜੇ ਆਪਾਂ ਗੱਲ ਕਰੀਏ ਤਾਂ ਕਿਸੇ ਵੀ
ਦੇਸ਼ ਦੀ ਕਿਸੇ ਵੀ ਧੀ, ਚਾਹੇ ਉਹ ਅਪਰ ਕਾਸਟ ਦੀ ਹੋਵੇ, ਚਾਹੇ ਕਿਸੇ ਵੀ ਤਬਕੇ ਨਾਲ ਸੰਬੰਧ ਰੱਖਦੀ ਹੋਵੇ, ਜਦੋਂ ਵੀ ਅਜਿਹੀ ਘਟਨਾ ਹੁੰਦੀ ਤਾਂ ਉਹਦਾ ਅਸੀਂ ਜ਼ੋਰਦਾਰ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਕਿਉਂਕਿ ਜਿਹੜੀ ਹਵਾਨੀਅਤ ਆ, ਇਹਨਾਂ ਨੂੰ ਅਸੀਂ ਹਵਾ ਨਹੀਂ ਕਹਿ ਸਕਦੇ ਆ, ਜਾਂ ਇਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਕੁੱਤੇ ਟਾਈਪ ਦੇ ਲੋਕ ਆ, ਜਿਹਨਾਂ ਨੂੰ ਔਰਤ ਦੀ ਇੱਜ਼ਤ ਕਰਨ ਦਾ ਨਹੀਂ ਪਤਾ, ਇਹਨਾਂ ਦੇ ਘਰ ਆਪਾਂ ਨਾਰਮਲੀ ਕਹਿੰਦੇ ਕਿ ਜਿਸ ਘਰ ਧੀ ਨਾ ਹੋਵੇ ਜਾਂ ਜਿਸ ਘਰ ਕੋਈ ਔਰਤ ਨਾ ਹੋਵੇ ਤਾਂ ਸ਼ਾਇਦ ਉਹਨਾਂ ਨੂੰ ਔਰਤ ਦੀ ਇੱਜ਼ਤ ਦਾ ਨਹੀਂ ਪਤਾ ਹੁੰਦਾ। ਪਰ ਜਿਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਦੇਸ਼ ਵਿੱਚ, ਜਿਹੜੇ ਇਦਾਂ ਦੇ ਆਰੋਪੀ ਆ, ਉਹਨਾਂ ਦੇ ਘਰ ਮਾਵਾਂ ਵੀ ਆ, ਉਹਨਾਂ ਦੇ ਘਰ ਭੈਣਾਂ ਵੀ ਆ, ਫਿਰ ਵੀ ਉਹ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਉਸ ਤਬਕੇ ਦੀਆਂ ਔਰਤਾਂ ਆ, ਚਾਹੇ ਆਪਾਂ ਅਪਰ ਕਾਸਟ ਦੀ ਗੱਲ, ਇਸੇ ਮੁੱਦੇ ਦੀ ਗੱਲ ਕਰ ਲਈਏ ਮਨੀਸ਼ਾ ਬਾਲਮੀਕੀ, ਤੇ ਉਸ ਜਿਹੜੀਆਂ ਉਸ ਸਮਾਜ ਦੀਆਂ ਔਰਤਾਂ ਆ, ਉਹਨਾਂ ਵੱਲੋਂ ਹੱਲੇ ਵੀ ਜਿਹੜੇ ਆਪਣੇ ਜਿਹੜੇ ਆਰੋਪੀ ਆ ਚਾਰ, ਉਹਨਾਂ ਦਾ ਪੱਖ ਕਿਤੇ ਨਾ ਕਿਤੇ ਪੂਰਿਆ ਜਾ ਰਿਹਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਇਹ ਜਾਤ ਪਾਤ ਦੀ ਗੱਲ ਛੱਡ ਕੇ ਜਾਂ ਇੱਕ ਔਰਤ ਹੋਣ ਦੇ ਨਾਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅੱਗੇ ਆਉਣਾ ਚਾਹੀਦਾ ਕਿ ਜੇ ਅਜਿਹੀ ਇਹਨਾਂ ਦੀ ਹਰਕਤ ਕੀਤੀ ਹੈ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ? ਹਾਂਜੀ, ਔਰਤ ਦੇਖੋ ਇੱਕ ਮਾਂ, ਬੇਟੀ, ਭੈਣ ਸਾਰਿਆਂ ਲਈ ਬਰਾਬਰ ਹੁੰਦੀ ਹੈ। ਪਰ ਤੁਸੀਂ ਮੇਰੀ ਸਾਰੀ ਔਰਤਾਂ ਨੂੰ ਇਹੀ ਅਪੀਲ ਆ ਕਿ ਕੋਈ ਵੀ ਜਾਤ ਦੀ ਔਰਤ ਆ ਜਾਂ ਕਿਸੇ ਵੀ ਮਜ਼ਹਬ ਦੀ ਆ, ਇਹਨਾਂ ਨੂੰ ਜਾਤੀਵਾਦ ਦੇ, ਧਰਮ ਦੇ, ਇਸ ਤਰ੍ਹਾਂ ਦੀਆਂ ਜੰਗਲਾਂ ਦੇ ਵਿੱਚੋਂ ਨਿਕਲ ਕੇ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ। ਕਿਉਂਕਿ ਇਹ ਤੁਸੀਂ ਕਿਹਾ ਕਿ ਇਹ ਘਟਨਾ ਜੋ ਮਨੀਸ਼ਾ ਬਾਲਮੀਕੀ ਜੀ ਨਾਲ ਵਰਤੀ ਆ, ਉਸ ਭੈਣ ਨਾਲ ਵਰਤੀ ਆ, ਤੇ ਇਹ ਸਾਰਿਆਂ ਦੇ ਨਾਲ ਹੀ ਇਦਾਂ ਹੋ ਸਕਦਾ, ਕਿਸੇ ਨਾਲ ਵੀ ਇਦਾਂ ਹੋ ਸਕਦਾ ਆ। ਕਿਉਂਕਿ ਦੇਖੋ ਹੈਵਾਨੀਅਤ ਆ ਜਿਹੜਾ, ਉਹਦਾ ਕੋਈ ਦੀਨ ਧਰਮ ਨਹੀਂ ਹੁੰਦਾ। ਉਹ ਚਾਹੇ ਕੋਈ ਵੀ ਜਾਤ ਦਾ ਇਨਸਾਨ ਹੋਵੇ, ਮੈਂ ਜ਼ਰੂਰੀ ਨਹੀਂ ਕਹਿੰਦੀ ਕਿ ਇਹ ਉੱਚ ਵਰਗ ਦਾ ਹੋ ਸਕਦਾ, ਚਾਹੇ ਕਿਸੇ ਵੀ ਜਾਤ ਦਾ ਇਨਸਾਨ ਹੋਵੇ। ਜੇਕਰ ਔਰਤ ਇਸ ਦਾ ਡਟ ਕੇ ਵਿਰੋਧ ਕਰੂਗੀ ਤਾਂ ਇਦਾਂ ਦੇ ਦਰਿੰਦਿਆਂ ਨੇ ਜਨਮ ਨਹੀਂ ਲੈਣਾ ਇਸ ਧਰਤੀ ਤੇ। ਤੁਹਾਨੂੰ ਲੱਗਦਾ ਕਿ ਜਿਹੜੀਆਂ, ਜਿੱਦਾਂ ਹੁਣ ਮੈਂ ਪਹਿਲਾਂ ਗੱਲ ਕੀਤੀ ਕਿ ਜਿਹੜੀਆਂ ਇਦਾਂ ਦੀਆਂ ਔਰਤਾਂ ਜਿਹੜੀਆਂ ਉਸ ਸਮਾਜ ਦੀਆਂ ਜਾਂ ਉਹਨਾਂ ਦੇ ਆਪਣੀਆਂ ਜਿਹੜੀਆਂ ਔਰਤਾਂ ਆ, ਉਹ ਬਾਹਰ ਨਿਕਲ ਕੇ ਉਹਨਾਂ ਦੀ ਹੀ ਸਪੋਰਟ ਕਰਦੀਆਂ, ਜਿਹੜਿਆਂ ਨੇ ਏਡੀ ਵੱਡੀ ਦਰਿੰਦਗੀ ਦਿਖਾਲੀ ਆ, ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਉਹੀ ਔਰਤ ਇੱਕ ਔਰਤ ਹੋਣ ਦੇ ਨਾਤੇ ਇਹਨਾਂ ਦੇ ਵਿਰੋਧ ਵਿੱਚ ਆ ਜਾਣ ਜਾਂ ਇਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਜਿਹੜੀ ਸਜ਼ਾ ਦਿਵਾਉਣ ਦੇ ਹੱਕ ਵਿੱਚ ਆ ਜਾਣ, ਤਾਂ ਲੱਗਦਾ ਕਿ ਜਿਹੜਾ ਔਰਤਾਂ ਦਾ ਥੋੜਾ ਬਹੁਤਾ ਜਿਹੜਾ ਉਧਾਰ ਹੋ ਸਕਦਾ ਦੇਸ਼ ਵਿੱਚ? ਦੇਖੋ, ਜਿਹੜਾ ਕਿਸੇ ਔਰਤ ਦੀ ਇੱਜ਼ਤ ਨਹੀਂ ਕਰਦਾ, ਉਸ ਦੇ ਨਾਲ ਇੰਨਾ ਦਰਿੰਦਗੀ ਭਰਿਆ ਕੰਮ ਕਰਦਾ ਆ, ਮੇਰਾ ਤਾਂ ਇਹੀ ਕਹਿਣਾ ਕਿ ਉਹ ਆਪਣੇ ਘਰ ਦੇ ਵਿੱਚ ਆਪਣੀ ਮਾਂ ਜਾਂ ਭੈਣ ਦਾ ਵੀ ਸਖਾ ਨਹੀਂ ਹੋ ਸਕਦਾ। ਇਸ ਲਈ ਬਾਬਾ ਸਾਹਿਬ ਜੀ ਨੇ ਵੀ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਆ ਇੱਕ ਔਰਤ ਨੂੰ ਇੰਡੀਪੈਂਡੈਂਟ ਹੋਣ ਦੀ, ਉਸ ਨੂੰ ਪੜ੍ਹਨ ਲਿਖਣ ਦੀ ਤੇ ਆਪਣਾ ਕੰਮ ਕਰਨ ਦੀ। ਤੇ ਜੇਕਰ ਅਸੀਂ ਬਾਬਾ ਸਾਹਿਬ ਜੀ ਦੇ ਸੰਵਿਧਾਨ ਨੂੰ ਮੰਨਦੇ ਹਾਂ ਤਾਂ ਅਸੀਂ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਚੱਲੀਏ ਤੇ ਸਾਡੇ ਹੱਥ ਜੋ ਬਾਬਾ ਸਾਹਿਬ ਜੀ ਨੇ ਸਾਨੂੰ ਪਾਵਰ ਦਿੱਤੀ ਆ ਤੇ ਉਸ ਪਾਵਰ ਦਾ ਅਸੀਂ ਇਸਤੇਮਾਲ ਕਰੀਏ। ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਔਰਤ ਜਾਤ ਤੋਂ ਡਰ ਲੱਗਣਾ ਆ ਜੇਕਰ ਔਰਤ ਇੱਕ ਬਾਬਾ ਸਾਹਿਬ ਜੀ ਦੀ ਪੈਰੋਕਾਰ ਸੱਚੀ ਤਰ੍ਹਾਂ ਬਣ ਗਈ। ਔਰਤ ਇੱਕ ਮਾਂ ਵੀ ਆ, ਔਰਤ ਇੱਕ ਭੈਣ ਵੀ ਆ, ਪਰ ਜਿਹੜੀ ਸੱਚਾਈ ਆ ਹੁਣ ਇਹ ਰਹੇਗੀ ਕਿ ਜੇ ਜਿਹਦੀ ਭੈਣ ਆ ਉਹਦੀ ਹੀ ਭੈਣ ਆ ਤੇ ਦੂਸਰਾ ਬੰਦਾ ਔਰਤ ਨੂੰ ਸਿਰਫ ਤੇ ਸਿਰਫ ਜਿਹੜਾ ਇੱਕ ਹਫਤੀ ਨਿਗਾਹ ਨਾਲ ਦੇਖਦਾ ਆ। ਬਲਾਤਕਾਰ ਹੁੰਦੇ ਆ ਦੇਸ਼ ਵਿੱਚ, ਇੱਕ ਨਹੀਂ ਹੋਏ, ਹਰ ਰੋਜ਼ ਹੁੰਦੇ ਆ। ਇੱਥੋਂ ਤੱਕ ਵੀ ਜਿਹੜੇ ਆંકੜੇ ਆਉਂਦੇ ਉਹਦੇ ਵਿੱਚ ਤਾਂ ਮਿੰਟਾਂ ਦੇ ਹਿਸਾਬ ਨਾਲ ਆਪਣੇ ਦੇਸ਼ ਵਿੱਚ ਕਿਹਾ ਜਾਂਦਾ ਕਿ ਲੜਕੀ ਨਾਲ ਰੇਪ ਹੁੰਦਾ, ਇਹਦੇ ਵਿੱਚ ਉਹ ਵੀ ਰੇਪ ਆ ਜਾਂਦੇ ਜਿਹਦੇ ਵਿੱਚ ਲੜਕੀ ਬਾਹਰ ਨਹੀਂ ਆਉਂਦੀ ਜਾਂ ਆਪਣਾ ਜਿਹੜਾ ਦੁੱਖ ਹੈ ਉਹ ਖੁੱਲ੍ਹ ਕੇ ਨਹੀਂ ਦੱਸਦੀ। ਇੱਥੋਂ ਤੱਕ ਵੀ ਇਦਾਂ ਦੀਆਂ ਚੁਣੌਤੀਆਂ ਵੀ ਆ ਚੁੱਕੀਆਂ ਕਿ ਘਰ ਦੇ ਇਦਾਂ ਦੇ ਰਿਸ਼ਤੇ, ਪੇ ਦੀ ਗੱਲ ਕੀਤੀ ਜਾਵੇ, ਭਰਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਆਪਣੀਆਂ ਭੈਣਾਂ ਦਾ ਰੇਪ ਕਰ ਚੁੱਕੇ ਆ ਜਾਂ ਆਪਣੀਆਂ ਬੇਟੀਆਂ ਦਾ ਰੇਪ ਕਰ ਚੁੱਕੇ। ਇਦਾਂ ਦੇ ਖਤਰਨਾਕ ਵੀ ਜਿਹੜੇ ਖਬਰਾਂ ਅਸੀਂ ਆਪਾਂ ਅਕਸਰ ਹੀ ਜਿਹੜਾ ਮੀਡੀਆ ਤੇ ਦੇਖਦੇ ਆ। ਕੀ ਸਮਝਦੇ ਹੋ ਕਿ ਜਿਹੜੀ ਆਪਣੀ ਮਾਨਸਿਕਤਾ ਹੈ ਆਪਣੇ ਲੋਕਾਂ ਦੀ, ਉਹ ਕਿੱਥੇ ਤੱਕ ਜਾ ਚੁੱਕੀ, ਜਿਹੜੀ ਇੰਨੀ ਘਿਨਾਉਣੀਆਂ ਹਰਕਤਾਂ ਤੇ ਉਤਰ ਆਇਆ ਸਮਾਜ? ਚਾਹੇ ਗੱਲ ਕੀਤੀ ਜਾਵੇ ਇਹਦੇ ਵਿੱਚ, ਦੇਖੋ ਨਾ ਤਾਂ ਆਪਾਂ ਅਪਰ ਕਾਸਟ ਦੀ, ਨਾ ਆਪਾਂ ਦਲਿਤ ਭਾਈਚਾਰੇ ਦੇ ਵਿੱਚ, ਜਿੰਨਾ ਵੀ ਆਪਣੇ ਦੇਸ਼ ਦੇ ਲੋਕ ਆ ਜਾਂ ਜਿੰਨਾ ਵੀ ਜਿਹੜੀ ਇਨਸਾਨੀਅਤ ਆ, ਉਹ ਕਿਤੇ ਨਾ ਕਿਤੇ ਕਿਹੜੇ ਪਾਸੇ ਨੂੰ ਜਾ ਰਹੀ ਹੈ ਕਿ ਜਿਹੜੀਆਂ ਐਡੀਆਂ ਵੱਡੀਆਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦੇ ਰਿਹਾ ਹੈ? ਸਾਡੇ ਦੇਸ਼ ਦੇ ਵਿੱਚ ਪੜ੍ਹੇ ਲਿਖੇ ਲੋਕ ਤਾਂ ਬਹੁਤ ਹੈਗੇ ਆ, ਪਰ ਕੁਝ ਇਦਾਂ ਦੇ ਲੋਕ ਵੀ ਆ ਜਿਹੜੇ ਬਹੁਤ ਹੀ ਪੜ੍ਹੇ ਲਿਖੇ ਆ ਪਰ ਉਹ ਵਧੀਆ ਪ੍ਰੋਫੈਸ਼ਨਲ ਵੀ ਹੁੰਦੇ ਆ, ਪਰ ਜਿਹੜੀ ਉਹਨਾਂ ਦੀ ਮਾਨਸਿਕ ਗੁਲਾਮੀ ਹੈ ਨਾ, ਉਹ ਕਿਤੇ ਨਾ ਕਿਤੇ ਸਾਡੇ ਸਮਾਜ ਦੀਆਂ ਔਰਤਾਂ ਨੂੰ ਮਾਰਦੀ ਆ। ਇਹ ਜਾਂ ਤਾਂ ਔਰਤ ਨੂੰ ਕਮਜ਼ੋਰ ਸਮਝਦੇ ਆ ਜਾਂ ਤਾਂ ਸਿਰਫ ਇਹਨਾਂ ਨੇ ਔਰਤ ਨੂੰ ਇੱਕ ਜ਼ਰੀਆ ਸਮਝਿਆ ਹੋਇਆ ਆ ਉਹਨੂੰ ਫਿਜ਼ੀਕਲੀ ਯੂਜ਼ ਕਰਨ ਦਾ। ਔਰਤ ਦੀ ਪਾਵਰ ਨੂੰ ਇਹ ਲੋਕ ਨਹੀਂ ਜਾਣਦੇ। ਦੇਖੋ, ਮਾਨਸਿਕ ਗੁਲਾਮੀ ਜਿਹੜੀ ਆ ਇਹ ਇੱਕ ਇਨਸਾਨ ਦੇ ਵਿੱਚ ਜਦੋਂ ਹੋਵੇ ਤਾਂ ਉਹ ਇਨਸਾਨ ਇੱਕ ਸ਼ੈਤਾਨ ਹੁੰਦਾ ਆ, ਕਿਉਂਕਿ ਮਾਨਸਿਕ ਗੁਲਾਮੀ ਉਦੋਂ ਹੀ ਸਾਡੇ ਕਿਸੇ ਇਨਸਾਨ ਦੇ ਵਿੱਚ ਪੈਦਾ ਹੋ ਸਕਦੀ ਆ ਜਦੋਂ ਇਨਸਾਨ ਸਾਇੰਸ ਦੀ ਦੁਨੀਆ ਨੂੰ ਛੱਡ ਕੇ
ਇਨਸਾਨੀਅਤ ਨੂੰ ਛੱਡ ਕੇ ਕਿਸੇ ਪਖੰਡਵਾਦ ਵੱਲ ਤੁਰਿਆ ਹੋਵੇ। ਸਾਡਾ ਭਾਰਤ ਤਾਂ ਹੈਗਾ ਹੀ ਪਖੰਡੀਆਂ ਦਾ ਦੇਸ਼ ਆ, ਇੱਥੇ ਤਾਂ ਪਖੰਡਵਾਦ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਣਾ ਆ। ਜੇ ਇਸ ਦੇਸ਼ ਦੇ ਲੋਕ ਤਾਂਤਰਿਕ ਬਾਬਿਆਂ ਦੇ ਚੱਕਰਾਂ ਦੇ ਵਿੱਚ ਪਏ ਹੋਣ ਤੇ ਉਹ ਆਪਣੇ ਸਮਾਜ ਦੀਆਂ ਔਰਤਾਂ ਨੂੰ ਇੱਜ਼ਤ ਕਿੱਦਾਂ ਦੇ ਸਕਦੇ ਆ? ਕਦੇ ਵੀ ਆਪਾਂ ਅਕਸਰ ਦੇਖਿਆ ਕਿ ਕਿਸੇ ਕਰੈਕਟਰ ਦੇ ਉਂਗਲੀ ਤੇ ਚੋਟ ਵੀ ਲੱਗ ਜਾਵੇ ਤਾਂ ਸਾਡੇ ਪ੍ਰਧਾਨ ਮੰਤਰੀ ਮੋਦੀ ਹੁਣੀ ਜਾਂ ਹੋਰ ਵੀ ਜੋ ਵੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਮਿੰਟੋ ਮਿੰਟੀ ਸੋਸ਼ਲ ਮੀਡੀਆ ਤੇ ਫੇਸਬੁੱਕ ਰਾਹੀਂ ਟਵਿੱਟਰ ਰਾਹੀਂ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਕਿ ਬਹੁਤ ਮਾੜਾ ਹੋਇਆ, ਜਾਂ ਹੋਰ ਵੀ ਕਿਸੇ ਦੂਸਰੇ ਦੇਸ਼ ਵਿੱਚ ਵੀ ਕੋਈ ਇਦਾਂ ਦੀ ਕੋਈ ਘਟਨਾ ਵਾਪਰੇ ਤਾਂ ਮਿੰਟੋ ਮਿੰਟੀ ਜਿਹੜੀ ਇਦਾਂ ਦੀਆਂ ਪੋਸਟਾਂ ਪਾ ਦਿੱਤੀਆਂ ਜਾਂਦੀਆਂ। ਹਾਥਰਸ ਕਾਂਡ ਨੂੰ ਲੈ ਕੇ ਹਾਲੇ ਤੱਕ ਵੀ ਜਿਹੜੀ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਮੋਦੀ ਸਰਕਾਰ ਵੱਲੋਂ ਜਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਈ ਵੀ ਇਦਾਂ ਦਾ ਉਸ ਘਟਨਾ ਤੇ ਕੋਈ ਦੁੱਖ ਨਹੀਂ ਜ਼ਾਹਰ ਕੀਤਾ ਗਿਆ। ਇੱਕ ਜੇ ਯੂਪੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਲੜਕੀ ਦੀ ਮੌਤ ਤੋਂ 2-3 ਦਿਨਾਂ ਬਾਅਦ ਜਾ ਕੇ ਉਹਦੇ ਉੱਤੇ ਇੱਕ ਟਵੀਟ ਆਉਂਦਾ ਕਿ ਉਹਨਾਂ ਦੀ ਮੋਦੀ ਨਾਲ ਗੱਲ ਹੋਈ ਹੈ ਤੇ ਮੋਦੀ ਉਹਨਾਂ ਨੇ ਇਹ ਕਿਹਾ ਕਿ ਇਸ ਕੇਸ ਵਿੱਚ ਜਿਹੜੇ ਆਰੋਪੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇਹਨੂੰ ਕਿਸੇ ਲਿਹਾਜ਼ ਨਾਲ ਲੈਂਦੇ ਹੋ ਕਿ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਮਾਨਸਿਕਤਾ ਆ ਬੀਜੇਪੀ ਸਰਕਾਰ ਦੇ ਜਿਹੜੇ ਉਹਨਾਂ ਦੇ ਮੋਢੀ ਉਹਨਾਂ ਦੀ ਮਾਨਸਿਕਤਾ ਇਹ ਕੀ ਬਣ ਚੁੱਕੀ ਹੈ ਕਿ ਉਹਨਾਂ ਨੂੰ ਇੱਕ ਆਪਣੇ ਜੇ ਦਲਿਤ ਨਾ ਉਹਨਾਂ ਦਾ ਕਹਿ ਸਕਦੇ ਆ ਕੋਈ ਖਟਾਸ ਉਹਨਾਂ ਦੇ ਮਨ ਵਿੱਚ ਅੱਪਰ ਜਾਤੀ ਦੇ ਆ, ਪਰ ਫੇਰ ਵੀ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਦੇਸ਼ ਦੀ ਬੇਟੀ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਇਹ ਜਿਹੜਾ ਦੁੱਖ ਹੈ ਇਹਦੇ ਉੱਤੇ ਜ਼ਾਹਰ ਕਰਨਾ ਚਾਹੀਦਾ ਸੀ? ਦੇਖੋ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਇਹ ਹਕੂਮਤ ਆ ਜੋ ਭਾਰਤ ਦੇਸ਼ ਵਿੱਚ ਇਹ ਬੇਔਲਾਦ ਵਾਲਿਆਂ ਦੀ ਆ ਤੇ ਆਪਣੀਆਂ ਬੇਟੀਆਂ ਦੀ ਧੀਆਂ ਭੈਣਾਂ ਦੀ ਹਿਫਾਜ਼ਤ ਆਪ ਕਰੋ। ਇਸ ਬੇਟੀ ਦੀ ਆਵਾਜ਼ ਉਹਨਾਂ ਨੇ ਅੱਜ ਤੱਕ ਵੀ ਨਹੀਂ ਚੱਕੀ ਤੇ ਇਸ ਦੇ ਉਲਟ ਉਹ ਕੁਝ ਮਨ ਘੜਤ ਕਹਾਣੀਆਂ ਸੁਣਾ ਰਹੇ ਆ ਸਾਡੇ ਦੇਸ਼ ਦੇ ਲੋਕਾਂ ਨੂੰ ਕਿ ਉਹ ਕੁੜੀ ਖੁਦ ਉੱਥੇ ਚੱਲ ਕੇ ਗਈ ਆ ਜਾਂ ਇਸ ਦੇ ਵਿੱਚ ਉਹਦੇ ਪਰਿਵਾਰ ਦਾ ਕੋਈ ਰੌਲਾ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਇਦਾਂ ਦੇ ਬਿਆਨ ਆਉਂਦੇ ਆ, ਖਾਸ ਕਰ ਇੱਕ ਜਿਹੜਾ ਬੀਜੇਪੀ ਨੇਤਾ ਉਹਦੇ ਵੱਲੋਂ ਵੀ ਬਿਆਨ ਆਉਂਦਾ ਕਿ ਇਸ ਘਟਨਾ ਵਿੱਚ ਜਿਹੜੀ ਲੜਕੀ ਆ ਉਹਦਾ ਲੜਕੇ ਨਾਲ ਚੱਕਰ ਹੋਣਾ ਆ ਜਾਂ ਉਹ ਖੇਤ ਵਿੱਚ ਆਪ ਗਈ ਆ, ਤੇ ਇੱਥੋਂ ਤੱਕ ਵੀ ਇਦਾਂ ਦੇ ਸਵਾਲ ਖੜੇ ਕੀਤੇ ਜਾਂਦੇ ਆ ਕਿ ਇਹਦੇ ਵਿੱਚ ਦੇਖੋ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਇਹ ਜ਼ਰੂਰ ਦਰਸ਼ਕਾਂ ਨੂੰ ਦੱਸੋ ਕਿ ਹਮੇਸ਼ਾ ਹੀ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਜਾਂ ਇਦਾਂ ਦਾ ਦੁਖਾਂਤ ਵਾਪਰਦਾ ਉਹਦੇ ਵਿੱਚ ਜਿਹੜੀ ਪੀੜਤ ਹੁੰਦੀ ਆ, ਇੱਕ ਤਾਂ ਲੜਕੀ ਨੇ ਜਾਨ ਗਵਾਤੀ, ਉੱਤੋਂ ਦੀ ਉਹਦੀ ਹੀ ਜਿਹੜੀ ਉਹਦੇ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਜਾਂਦੇ ਆ ਕਿ ਲੜਕੀ ਦਾ ਜਿਹੜਾ ਚਰਿੱਤਰ ਆ ਉਹ ਚਰਿੱਤਰਹੀਣ ਆ ਲੜਕੀ, ਜਾਂ ਇਸ ਲੜਕੀ ਦਾ ਉਹਦੇ ਨਾਲ ਕੋਈ ਚੱਕਰ ਹੋਣਾ ਆ ਆਰੋਪੀ ਨਾਲ। ਕਿਤੇ ਨਾ ਕਿਤੇ ਜਿਹੜੀ ਮਾਨਸਿਕਤਾ ਇਹਨੂੰ ਕਿਸ ਲਿਹਾਜ਼ ਨਾਲ ਲੈਂਦੇ ਹੋ ਤੁਸੀਂ? ਇਹ ਸਾਡੇ ਇਸ ਦੇਸ਼ ਦੇ ਕੁਝ ਲੋਕਾਂ ਦੀ ਗੰਦੀ ਸੋਚ ਹੈ। ਦੇਖੋ, ਕਿਸੇ ਦੇ ਕੈਰੈਕਟਰ ਦੇ ਉੱਤੇ ਉਂਗਲੀ ਚੱਕਣ ਦਾ ਪਹਿਲੇ ਤੇ ਤਾਂ ਕਿਸੇ ਨੂੰ ਕੋਈ ਰਾਈਟ ਹੀ ਹੈ ਨਹੀਂ। ਉਹ ਚੀਜ਼ ਦੇਖੋ ਜੋ ਉਸ ਦੇ ਨਾਲ ਹੋਈ ਹੈ, ਉਹਦਾ ਦਰਦ ਕਿਸੇ ਨੂੰ ਨਹੀਂ ਦੀਦਾ। ਇਹ ਗੱਲਾਂ ਸਾਰਿਆਂ ਦੇ ਦਿਮਾਗ ਦੇ ਵਿੱਚ ਆ ਰਹੀਆਂ ਤੇ ਕੁਝ ਜਿਹੜੇ ਮੰਤਰੀ ਆ ਐਦਾਂ ਦੀਆਂ ਗੱਲਾਂ ਕਰ ਰਹੇ ਆ। ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਆ ਕਿ ਤੁਸੀਂ ਬਾਕੀ ਸਾਰੀਆਂ ਗੱਲਾਂ ਇੱਕ ਪਾਸੇ ਤੇ ਉਹਦੇ ਨਾਲ ਜੋ ਦਰਿੰਦਗੀ ਭਰਿਆ ਕੰਮ ਹੋਇਆ ਹੈ, ਜੋ ਉਹਨੂੰ ਦਰਦ ਤਕਲੀਫ ਤੇ ਦਰਦਨਾਕ ਮੌਤ ਮਿਲੀ ਆ, ਉਹਦੇ ਪਰਿਵਾਰ ਨੂੰ ਇਨਸਾਫ ਦੇ ਬਾਰੇ ਸੋਚੋ। ਪਿੱਛੇ ਜੇ ਫਿਲਮੀ ਅਦਾਕਾਰ ਸੀ ਕੰਗਨਾ ਰਣੌਤ, ਉਹਦਾ ਬੰਬੇ ਵਿੱਚ ਮਕਾਨ ਤੋੜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਕਿ ਸਾਡੇ ਦੇਸ਼ ਦੀ ਸਰਕਾਰ ਜਾਂ ਸਾਡੇ ਜਿਹੜੇ ਭਾਜਪਾ ਨੇਤਾ ਹੈ ਉਹਨਾਂ ਵੱਲੋਂ ਦੇਸ਼ ਦੀ ਬੇਟੀ ਕਹਿ ਕੇ ਉਹਨੂੰ ਜਿਹੜਾ ਉਹਦਾ ਮਕਾਨ ਤੋੜਿਆ ਗਿਆ, ਉਹਦਾ ਵਿਰੋਧ ਕੀਤਾ ਗਿਆ, ਉਹਨੂੰ ਘਟਨਾ ਨੂੰ ਨਿੰਦਿਆ ਗਿਆ। ਇੱਥੋਂ ਤੱਕ ਵੀ ਉਸ ਅਭਿਨੇਤਰੀ ਨੂੰ ਸਰਕਾਰ ਵੱਲੋਂ 22 ਸ਼੍ਰੇਣੀ ਦੀ ਜਿਹੜੀ ਸਿਕਿਉਰਿਟੀ ਉਹ ਵੀ ਦਿੱਤੀ ਗਈ। ਪਰ ਇਸ ਮਸਲੇ ਵਿੱਚ ਨਾ ਤਾਂ ਹਲੇ ਤੱਕ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਵੱਲੋਂ ਬਾਰ-ਬਾਰ ਇਹ ਬਿਆਨ ਆ ਰਿਹਾ ਕਿ ਇਹ ਸਾਨੂੰ ਖਤਰਾ ਆ, ਸਾਨੂੰ ਧਮਕੀਆਂ ਆ ਰਹੀਆਂ, ਨਾ ਤਾਂ ਉਹਨਾਂ ਨੂੰ ਕੋਈ ਸਿਕਿਉਰਿਟੀ ਦਿੱਤੀ ਗਈ। ਇੱਥੋਂ ਤੱਕ ਵੀ ਜਿਹੜੇ ਭੀਮ ਆਰਮੀ ਦੇ ਚੀਫ ਆ ਚੰਦਰ ਸ਼ੇਖਰ ਆਜ਼ਾਦ ਉਹਨਾਂ ਨੇ ਵੀ ਇਹ ਮੰਗ ਕੀਤੀ ਸੀ ਕਿ ਪਰਿਵਾਰ ਨੂੰ 22 ਸ਼੍ਰੇਣੀ ਦੀ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ, ਨਹੀਂ ਤਾਂ ਉਹ ਆਪਣੇ ਨਾਲ ਲੈ ਜਾਣਗੇ। ਦੇਖੋ, ਇੱਕ ਤਾਂ ਪਾਸੇ ਇੱਕ ਸਿਰਫ ਤੇ ਸਿਰਫ ਇੱਕ ਦੇਸ਼ ਦੀ ਜਿਹੜੀ ਅਭਿਨੇਤਰੀ ਆ ਉਹਦਾ ਮਕਾਨ ਤੋੜਿਆ ਜਾਂਦਾ, ਇੱਕ ਪਾਸੇ ਉਹ ਧੀ ਜਿਸ ਨੇ ਇੰਨਾ ਦਰਦ ਸਹਿਆ, ਦਰਦ ਤੋਂ ਬਾਅਦ ਉਹਦੀ ਇੰਨੀ ਕਹਿ ਸਕਦੇ ਆ ਕਿ ਕਰੂਰਤਾ ਨਾਲ ਉਹਦੀ ਹੱਤਿਆ ਕੀਤੀ ਗਈ। ਉਸ ਪਰਿਵਾਰ ਨੂੰ ਹੱਲੇ ਤੱਕ ਸਰਕਾਰ ਵੱਲੋਂ ਨਾ ਤਾਂ ਕੋਈ ਪ੍ਰੋਟੈਕਸ਼ਨ ਦਿੱਤੀ ਗਈ, ਨਾ ਹੀ ਉਹਦੀਆਂ ਜਿਹੜੀਆਂ ਸੁਣਵਾਈ ਉਹਦੀ ਕੋਈ ਕੀਤੀ ਗਈ। ਇਹ ਸਾਰੇ ਮਸਲੇ ਨੂੰ ਕਿਸ ਲਿਹਾਜ਼ ਨਾਲ ਲੈਂਦੇ ਹੋ?
ਹੁਣ ਜੇ ਦੇਖਿਆ ਜਾਵੇ ਤਾਂ ਤੁਸੀਂ ਇੱਕ ਅਭਿਨੇਤਰੀ ਦੀ ਗੱਲ ਕੀਤੀ ਆ, ਉਸ ਅਭਿਨੇਤਰੀ ਨੇ ਆਪਣੇ ਘਰ ਦੇ ਵਿੱਚ ਬੈਠ ਕੇ ਸਾਡੇ ਸਮਾਜ ਨੂੰ ਕੁਝ ਮਾੜਾ ਚੰਗਾ ਬੋਲਿਆ। ਹੁਣ ਸਾਡੇ ਸਮਾਜ ਦੇ ਲੋਕੀ ਪੜ੍ਹ ਲਿਖ ਗਏ ਆ, ਉਹਨਾਂ ਨੇ ਸੰਵਿਧਾਨ ਨੂੰ, ਬਾਬਾ ਸਾਹਿਬ ਜੀ ਨੂੰ ਪੜ੍ਹ ਚੁੱਕੇ ਆ। ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜਾ ਬਿਆਨ ਸਾਡੇ ਪੱਖ ਵਿੱਚ ਆ, ਕਿਹੜਾ ਵਿਰੋਧ ਵਿੱਚ ਆ, ਕਿਹੜਾ ਬਿਆਨ ਸਾਨੂੰ ਲਾਚਾਰਦਾ ਆ ਤੇ ਕਿਸ ਵਿੱਚ ਸਾਡਾ ਮਾਣ ਆ। ਹੁਣ ਜਦ ਤੁਸੀਂ ਕਿਸੇ ਸਮਾਜ ਦੀ ਮਾਣਹਾਨੀ ਕਰਦੇ ਆ ਤਾਂ ਤੁਹਾਨੂੰ ਲੋਕਾਂ ਨੇ ਗਾਲਾਂ ਤਾਂ ਕੱਢਣੀਆਂ ਹੀ ਆ। ਤੁਹਾਡੇ ਉਹਨਾਂ ਨੇ ਘਰ ਦੇ ਉੱਤੇ ਪੱਥਰ ਨਹੀਂ ਮਾਰਨੇ ਤਾਂ ਹੋਰ ਫੁੱਲ ਮਾਰਨੇ ਉਸ ਅਭਿਨੇਤਰੀ ਦੇ ਘਰ ਉੱਤੇ। ਤੇ ਇਸ ਲਈ ਹੁਣ ਉਹਦਾ ਕਸੂਰ ਸੀਗਾ ਤੇ ਉਹਨੂੰ ਸਾਡੇ ਸਮਾਜ ਦੇ ਲੋਕਾਂ ਨੇ ਜਵਾਬ ਤਾਂ ਦੇਣਾ ਹੀ ਸੀ। ਤੇ ਹੁਣ ਉਹ ਗਲਤੀ ਕਰਦੀ ਆ ਅਭਿਨੇਤਰੀ, ਉਹ ਸਮਾਜ ਨੂੰ ਮਾੜਾ ਚੰਗਾ ਬੋਲਦੀ ਆ, ਉਹਦਾ ਕਸੂਰ ਵੀ ਆ ਤੇ ਉਹਦੀ ਸਿਕਿਉਰਿਟੀ ਦੀ ਫਿਕਰ ਹੈਗੀ ਆ ਪੀਐਮ ਜੀ ਨੂੰ। ਪਰ ਜਿਹੜੀ ਦਲਿਤ ਵਰਗ ਦੀ ਲੜਕੀ ਆ, ਇੱਕ ਕਮਜ਼ੋਰ ਪਰਿਵਾਰ ਤੋਂ, ਗਰੀਬ ਪਰਿਵਾਰ ਤੋਂ ਲੜਕੀ ਆ, ਉਹਦਾ ਖੇਤਾਂ ਦੇ ਵਿੱਚ ਇੰਨਾ ਦਰਿੰਦਿਆਂ ਨੇ ਉਹਦੇ ਨਾਲ ਕੁੱਤਿਆਂ ਵਾਲਾ ਹਾਲ ਕੀਤਾ ਆ, ਉਹ ਚੀਜ਼ ਨਹੀਂ ਸਾਡੇ ਪੀਐਮ ਨੂੰ ਦਿਖਦੀ ਪਈ। ਇਹ ਮਾਨਸਿਕ ਗੁਲਾਮੀ ਆ, ਸਾਡੇ ਦੇਸ਼ ਦੀ ਸਰਕਾਰਾਂ ਦੀ ਵੀ ਮਾਨਸਿਕ ਗੁਲਾਮੀ ਆ। ਜਿੱਥੇ ਸਾਡੇ ਦੇਸ਼ ਦੀ ਸਰਕਾਰ ਮਾਨਸਿਕ ਗੁਲਾਮੀ ਦੇ ਵਿੱਚ ਫਸੀ ਹੋਈ ਆ, ਉੱਥੇ ਉਹਨਾਂ ਨੇ ਲੋਕਾਂ ਨੂੰ ਕੀ ਸਿੱਖਿਆ ਦੇਣੀ, ਉਹਨਾਂ ਨੇ ਕੀ ਟਵੀਟ ਕਰਨਾ ਉਹਨਾਂ ਦੇ ਹੱਕ ਦੇ ਵਿੱਚ, ਉਹਨਾਂ ਨੇ ਕੀ ਪਰਿਵਾਰ ਨੂੰ ਇਨਸਾਫ ਦੇਣਾ ਆ। ਉੱਥੇ ਤੁਸੀਂ ਜਿੱਥੇ ਉਹ ਕਾਂਡ ਹੋਇਆ ਆ, ਉਸ ਪਰਿਵਾਰ ਨੂੰ ਮਿਲਣ ਤੱਕ ਨਹੀਂ ਦਿੱਤਾ, ਮੀਡੀਆ ਨਹੀਂ ਜਾਣ ਦਿੱਤਾ, ਉੱਥੇ ਆਮ ਪਬਲਿਕ ਦਾ ਜਾਣਾ ਬੰਦ ਕਰ ਦਿੱਤਾ। ਉਹਦੇ ਸਾਰੇ ਮੇਨ ਰਸਤੇ, ਚੋਰ ਰਸਤੇ ਵੀ ਉਸ ਪਿੰਡ ਦੇ ਉਹਨਾਂ ਨੇ ਸੀਲ ਕਰ ਦਿੱਤੇ ਤਾਂ ਕਿ ਉਹਨਾਂ ਦਾ ਦੁੱਖ ਦਰਦ ਸੁਣਨ ਕੋਈ ਵੀ ਬੰਦਾ ਨਾ ਉੱਥੇ ਪਹੁੰਚੇ। ਇਹ ਹਰਕਤ, ਘਟੀਆ ਹਰਕਤ ਯੂਪੀ ਸਰਕਾਰ ਦੀ, ਯੋਗੀ ਸਰਕਾਰ ਦੀ। ਪੀੜਤ ਦੇ ਪਰਿਵਾਰ ਦੇ ਕੋਲ ਉਹਨਾਂ ਨੇ ਕਿਸੇ ਨੂੰ ਜਾਣ ਨਹੀਂ ਦਿੱਤਾ। ਕੀ ਪਤਾ ਉਹ ਉੱਥੇ ਬੈਰੀਕੇਡ ਲਾ ਕੇ ਪੁਲਿਸ ਫੋਰਸ ਇੰਨੀ ਤਾਇਨਾਤ ਕੀਤੀ ਆ ਉਹਨਾਂ ਨੇ, ਇਹ ਸਿਕਿਉਰਿਟੀ ਉਹਨਾਂ ਨੇ ਪਹਿਲਾਂ ਹੀ ਧੀਆਂ ਭੈਣਾਂ ਨੂੰ ਦਿੱਤੀ ਹੁੰਦੀ ਤਾਂ ਅੱਜ ਆਹ ਹਾਲਾਤ ਹੀ ਨਹੀਂ ਸੀ ਪੈਦਾ ਹੋਣੇ ਦੇਸ਼ ਦੇ ਵਿੱਚ। ਇੱਕ ਸਵਾਲ ਹੈ ਮੇਰੇ ਜ਼ਿਹਨ ਵਿੱਚ ਆ ਰਿਹਾ, ਪਰ ਮੈਂ ਪਹਿਲਾਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਹਰਪ੍ਰੀਤ ਹੁਣੀ ਜਿਹੜੇ ਰਾਜਨੀਤਿਕ ਪਾਰਟੀ ਨਾਲ ਵੀ ਸੰਬੰਧ ਰੱਖਦੇ ਆ, ਚੋਣਾਂ ਵੀ ਲੜ ਚੁੱਕੇ ਆ। ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਸੀਂ ਜਿਹੜੀ ਫਗਵਾੜੇ ਵਿੱਚ ਚੋਣ ਲੜੀ ਸੀ ਉਹਦੇ ਬਾਰੇ ਥੋੜ੍ਹਾ ਦੱਸੋ ਕਿ ਕਿੱਦਾਂ ਦਾ ਰਿਸਪੌਂਸ ਤੁਹਾਨੂੰ ਮਿਲਿਆ ਸੀ। ਹਾਂਜੀ, ਮੈਂ 2018 ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਆ ਤੇ ਮੈਨੂੰ ਮੇਰੇ ਸਮਾਜ ਵੱਲੋਂ ਬਹੁਤ ਹੀ ਵਧੀਆ ਸਹਿਯੋਗ ਮਿਲਿਆ। ਤੇ ਜੇ ਮੈਂ ਮਾਰ ਖਾਧੀ ਆ ਤਾਂ ਇੱਕ ਸਿਰਫ ਜਾਤੀਵਾਦ ਦੇ ਵਿੱਚ ਫਸੇ ਹੋਏ ਮਾਨਸਿਕ ਗੁਲਾਮ ਲੋਕਾਂ ਕਰਕੇ ਮਾਰ ਖਾਧੀ, ਕਿਉਂਕਿ ਮੈਂ ਤਾਂ ਇਨਸਾਨੀਅਤ ਦੇ ਨਾਤੇ ਸਾਰਿਆਂ ਨੂੰ ਇਹੀ ਅਪੀਲ ਕਰਦੀ ਸੀਗੀ ਕਿ ਮੇਰੇ ਲਈ ਸਾਰੇ ਲੋਕ ਇੱਕ ਆ। ਜੇ ਇੱਕ ਵਾਰੀ ਤੁਸੀਂ ਆਪਣੇ ਸਮਾਜ ਦੇ ਵਿੱਚ ਯੂਥ ਨੂੰ ਅੱਗੇ ਲੈ ਕੇ ਆਓਗੇ ਤਾਂ ਤੁਹਾਡਾ ਮੈਂ ਵਧੀਆ ਹੀ ਸੋਚੂਗੀ। ਪਰ ਮੇਰੇ ਕੁਝ ਦੋਗਲੇ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਚਲੋ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਮਹਿਸੂਸ ਹੁੰਦਾ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਮੈਂ ਆਪਣੇ ਰਹਿਬਰਾਂ ਦੇ ਝੰਡੇ ਦੇ ਥੱਲੇ ਰਹਿ ਕੇ ਇੱਕ ਮੈਨੂੰ ਮੌਕਾ ਮਿਲਿਆ ਲੋਕਾਂ ਵਿੱਚ ਪਹਿਚਾਣ ਬਣਾਉਣ ਦਾ। ਤੇ ਮੈਂ ਬੀਐਸਪੀ ਦੀ ਵੱਲੋਂ ਚੋਣ ਲੜੀ, ਪਰ ਆਜ਼ਾਦ ਲੜੀ, ਪਰ ਮੈਨੂੰ ਪੂਰੀ ਸਪੋਰਟ ਬੀਐਸਪੀ ਦੀ ਸੀ ਤੇ ਬਹੁਜਨ ਸਮਾਜ ਪਾਰਟੀ ਦਾ ਮੈਂ ਹਮੇਸ਼ਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਕਰਕੇ ਮੈਨੂੰ ਇੰਨੀ ਵਧੀਆ ਪਹਿਚਾਣ ਮਿਲੀ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਜਿਹੜੀਆਂ ਚੋਣਾਂ ਲੜੀਆਂ ਸੀ ਉਹਦੇ ਵਿੱਚ ਤੁਹਾਡਾ ਜਿਹੜਾ ਸਭ ਤੋਂ ਜ਼ਿਆਦਾ ਸਹਿਯੋਗ ਦਿੱਤਾ ਗਿਆ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਬਹੁਜਨ ਸਮਾਜ ਪਾਰਟੀ ਵਿੱਚ ਹੁਣ ਤੱਕ, ਚਾਹੇ ਇਸ ਜਿਹੜੇ ਪਾਰਟੀ ਦੀ ਜਿਹੜੀ ਮੁਖੀ ਸੁਪਰੀਮੋ ਆ ਭੈਣ ਕੁਮਾਰੀ ਮਾਇਆਵਤੀ ਆ, ਪਰ ਫਿਰ ਵੀ ਕਿਤੇ ਨਾ ਕਿਤੇ ਸ਼ਾਇਦ ਆਪਾਂ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਤੇ ਹਲੇ ਤੱਕ ਵੀ ਜਿਹੜੀ ਕੋਈ ਇਦਾਂ ਦਾ ਚਿਹਰਾ ਕੋਈ ਜ਼ਿਆਦਾ ਜਿਹਨੂੰ ਕਹਿ ਦਈਏ ਕਿ ਉੱਭਰ ਕੇ ਕੋਈ ਮੂਹਰੇ ਨਹੀਂ ਆਉਣ ਦਿੱਤਾ ਜਾਂਦਾ ਜਾਂ ਫਿਰ ਕੋਈ ਆਇਆ ਹੀ ਨਹੀਂ ਹੈਗਾ ਪਾਰਟੀ ਵਿੱਚ? ਮਾਣਯੋਗ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਆਇਰਨ ਲੇਡੀ ਦਾ ਦਰਜਾ ਪ੍ਰਾਪਤ ਹੈ ਤੇ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਆਪਣੀ ਕੁਰਸੀ ਛੱਡ ਕੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਉਸ ਕੁਰਸੀ ਤੇ ਬਿਠਾਇਆ। ਪਰ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਤੁਹਾਡੀ ਗੱਲ ਸੱਚ ਹੈ ਕਿ ਕੋਈ ਵੀ ਔਰਤ ਚਿਹਰਾ ਉੱਭਰ ਕੇ ਨਜ਼ਰ ਨਹੀਂ ਆ ਰਿਹਾ ਬਹੁਜਨ ਸਮਾਜ ਪਾਰਟੀ ਦਾ। ਤੇ ਮੈਂ ਤਾਂ ਇਹਦੇ ਦੋ ਹੀ ਰੀਜ਼ਨ ਦੱਸਣਾ ਚਾਹੁੰਦੀ ਹਾਂ। ਇੱਕ ਤਾਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ, ਇਹਦੇ ਵਿੱਚੋਂ ਕੋਈ ਨਾ ਕੋਈ ਜਾਂ ਤਾਂ ਇਹਨਾਂ ਦਾ ਆਪਣਾ ਨਿੱਜੀ ਫਾਇਦਾ ਆ ਤੇ ਦੂਸਰਾ ਇਹਦਾ ਕਾਰਨ ਹੋ ਸਕਦਾ ਕਿ ਇਹ ਔਰਤਾਂ ਨੂੰ ਕਮਜ਼ੋਰ ਸਮਝਦੇ ਆ। ਮੈਂ ਨਹੀਂ ਦੇਖਿਆ ਕਿ ਕੋਈ ਵੀ ਔਰਤ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਐਮਪੀ ਲੜੀ ਹੋਵੇ ਜਾਂ ਵਿਧਾਨ ਸਭਾ ਲੜੀ ਹੋਵੇ ਤੇ ਪਰ ਔਰਤਾਂ ਕੰਮ ਬਹੁਤ ਕਰਦੀਆਂ ਆ ਬਹੁਜਨ ਸਮਾਜ ਪਾਰਟੀ ਦੇ ਵਿੱਚ, ਪਰ ਉਹਨਾਂ ਨੂੰ ਉੱਪਰ ਆਉਣ ਦਾ ਮੌਕਾ ਕਿਉਂ ਨਹੀਂ ਮਿਲਦਾ? ਇਸ ਗੱਲ ਦਾ ਜਵਾਬ ਤਾਂ ਮੇਰੇ ਕੋਲ ਵੀ ਨਹੀਂ ਹੈਗਾ ਤੇ ਇਸ ਗੱਲ ਦੀਆਂ ਮੈਂ ਤਾਂ ਦੋ ਹੀ ਅੰਦਾਜ਼ੇ ਲਗਾਏ ਹੋਏ ਆ, ਜਾਂ ਤਾਂ ਨਿੱਜੀ ਮਾਮਲਾ ਹੋ ਸਕਦਾ ਫਾਇਦੇ ਦਾ, ਜਾਂ ਤਾਂ ਫਿਰ ਹੋ ਸਕਦਾ ਕਿ ਔਰਤ ਨੂੰ ਕਮਜ਼ੋਰ ਸਮਝਿਆ ਜਾਂਦਾ ਆ। ਹੋਰ ਵੀ ਜਿੰਨੀਆਂ ਵੀ ਔਰਤਾਂ, ਇੱਕ ਔਰਤ ਹੋਣ ਦੇ ਨਾਤੇ ਹਾਲੇ ਤੱਕ ਵੀ ਜਿਹੜਾ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਵੀ ਕਿਸੇ ਵੀ ਔਰਤ ਨੇ ਜਿਹੜਾ ਇਸ ਮੁੱਦੇ ਨੂੰ ਲੈ ਕੇ ਉਸ ਲਿਹਾਜ਼ ਨਾਲ ਜਿਸ
ਲੈਵਲ ਤੱਕ ਜਾ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਸੀ, ਉਸ ਹਿਸਾਬ ਦਾ ਕੋਈ ਵਿਰੋਧ ਵਗੈਰਾ ਨਹੀਂ ਦੇਖਣ ਨੂੰ ਮਿਲਿਆ। ਚਾਹੇ ਆਪਣੇ ਜਿਹੜੇ ਇਸ ਆਪਣੇ ਦਲਿਤ ਆਗੂ ਆ ਉਹਨਾਂ ਦਾ ਵੀ ਇਹੀ ਹਾਲ ਆ। ਇੱਕ ਪਰ ਔਰਤ ਹੋਣ ਦੇ ਨਾਤੇ ਜਿਹੜੀਆਂ ਇਸ ਪਾਰਟੀ ਵਿੱਚ ਚਾਹੇ ਬੀਜੇਪੀ ਵਿੱਚ ਬੈਠੀਆਂ, ਕੇਂਦਰ ਵਿੱਚ ਬੈਠੀਆਂ ਔਰਤਾਂ ਆ, ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇੱਕ ਔਰਤ ਹੋਣ ਦੇ ਨਾਤੇ ਜਿਹੜੀ ਇੱਦਾਂ ਦੀ ਆਵਾਜ਼ ਉਠਾਉਣੀ ਚਾਹੀਦੀ ਸੀ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਉਹਨਾਂ ਨੂੰ ਔਰਤ ਦੇ ਹੱਕ ਵਿੱਚ ਬੋਲਣ ਤੋਂ ਮਨਾ ਕੀਤਾ ਗਿਆ ਆ, ਉਹਨਾਂ ਨੂੰ ਔਰਤ ਦੇ ਨਾਲ ਜੋ ਵੀ ਹੋ ਰਿਹਾ ਆ ਉਹਦੇ ਉੱਤੇ ਵਿਰੋਧ ਕਰਨ ਦੇ ਲਈ ਉਹਨਾਂ ਨੂੰ ਰੋਕਿਆ ਜਾਂਦਾ ਆ, ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਇਦਾਂ ਦੀ ਕੁਰਸੀ ਨੂੰ ਲੱਤ ਮਾਰ ਦੇਣ। ਕਿਉਂਕਿ ਕੀ ਕਰਨਾ ਇਦਾਂ ਦੀ ਕੁਰਸੀ ਦਾ ਜਿੱਥੇ ਤੁਸੀਂ ਆਪਣੀ ਔਰਤ ਜਾਤ ਦੀ ਇੱਜ਼ਤ ਨਹੀਂ ਬਚਾ ਸਕਦੇ। ਕਿਤੇ ਨਾ ਕਿਤੇ ਮੰਨਦੇ ਹੋ ਕਿ ਆਪਣੇ ਦੇਸ਼ ਵਿੱਚ ਖਾਸ ਕਰ ਔਰਤ ਹੀ ਔਰਤ ਦੀ ਵੈਰੀ ਹੈ? ਹਾਂਜੀ, ਇਹ ਸਿਰਫ ਪਹਿਲਾਂ ਵੀ ਮੈਂ ਗੱਲ ਕੀਤੀ ਕਿ ਮਾਨਸਿਕ ਗੁਲਾਮੀ ਦਾ ਸ਼ਿਕਾਰ ਸਾਡੇ ਸਮਾਜ ਦੀਆਂ ਔਰਤਾਂ ਵੀ ਆ, ਤੇ ਬਾਬਾ ਸਾਹਿਬ ਜੀ ਨੇ ਹਿੰਦੂ ਕੋਡ ਬਿੱਲ ਲਾਗੂ ਕੀਤਾ, ਉਹਦਾ ਵਿਰੋਧ ਵੀ ਸਾਡੇ ਸਮਾਜ ਦੀਆਂ ਔਰਤਾਂ ਨੇ ਕੀਤਾ, ਜਦ ਕਿ ਉਹ ਔਰਤਾਂ ਦੇ ਹੱਕ ਵਿੱਚ ਹੀ ਸੀ। ਅੱਜ ਔਰਤ ਪ੍ਰਾਪਰਟੀ ਦੀ ਮਾਲਕ ਹੈ, ਔਰਤ ਇਲੈਕਸ਼ਨ ਲੜ ਸਕਦੀ ਹੈ, ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਵੀ ਇੱਕ ਔਰਤ ਬਣੀ ਹੈ, ਰਾਸ਼ਟਰਪਤੀ ਵੀ ਇੱਕ ਔਰਤ ਬਣ ਸਕਦੀ ਹੈ। ਹਰੇਕ ਥਾਂ ਤੇ ਅੱਜ ਔਰਤਾਂ ਨੂੰ ਮੋਹਰੇ ਕੀਤਾ ਬਾਬਾ ਸਾਹਿਬ ਜੀ ਦੇ ਸੰਵਿਧਾਨ ਨੇ, ਪਰ ਇਹ ਔਰਤ ਵਰਗੀ ਹੀ ਆ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋਇਆ, ਜਿਹੜਾ ਸਾਡੇ ਔਰਤ ਜਾਤ ਦਾ ਵਿਰੋਧ ਕਰਦਾ ਆ। ਇੱਕ ਗੱਲ ਹੋਰ ਸਮਾਜ ਦੇ ਨਾਂ ਤੇ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਆਪਣੇ ਦੇਸ਼ ਦਾ ਜਿਹੜੀ ਸਰਵਉੱਤਮ ਜਿਹੜੀ ਪਦਵੀ ਹੈ ਰਾਸ਼ਟਰਪਤੀ ਦੀ ਹੁੰਦੀ ਹੈ, ਉਹਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਰਾਸ਼ਟਰਪਤੀ ਨੇ ਉਹ ਇੱਕ ਦਲਿਤ ਸਮਾਜ ਦਾ ਜਿਹੜਾ ਬਿਲੋਂਗ ਕਰਦੇ ਹੋਣ, ਉਹਨਾਂ ਦਾ ਜਿਹੜਾ ਜੋ ਵੀ ਰਵੱਈਆ ਇਹ ਸਾਰਿਆਂ ਨੂੰ, ਕਿਉਂਕਿ ਦੇਸ਼ ਵਿੱਚ ਖਾਸ ਕਰ ਆਪਣੇ ਸਮਾਜ ਵਿੱਚ ਨਾਰਮਲੀ ਆਪਾਂ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਦਿਲੋਂ ਦੁੱਖ ਹੁੰਦਾ, ਖਾਸ ਕਰ ਜਦੋਂ ਆਪਣੇ ਨਾਲ ਕੋਈ ਰਿਲੇਟਿਵ ਹੋਵੇ। ਦੇਖੋ ਦੁੱਖ ਤਾਂ ਸਾਰਿਆਂ ਨੂੰ ਹੁੰਦਾ, ਚਾਹੇ ਕਿਸੇ ਅਪਰ ਕਾਸਟ ਨਾਲ ਵਾਪਰੇ ਚਾਹੇ ਕਿਸੇ ਨਾਲ ਵੀ ਹੋਵੇ, ਪਰ ਕਹਿੰਦੇ ਨੇ ਕਿ ਜਦੋਂ ਆਪਣੇ ਪਰਿਵਾਰ ਵਿੱਚ ਆਉਂਦੀ ਹੈ ਕੋਈ ਵੀ ਅੱਗ, ਉਸ ਸਮੇਂ ਥੋੜਾ ਜ਼ਿਆਦਾ ਜਿਹੜਾ ਉਹਦਾ ਸੇਕ ਜ਼ਿਆਦਾ ਲੱਗਦਾ। ਪਰ ਉਸ ਪਦਵੀ ਉੱਤੇ ਬਹਿ ਕੇ ਸਭ ਕੁਝ ਕਰ ਸਕਦੇ ਆਪਾਂ ਜਾਣਦੇ ਹਾਂ ਕਿ ਰਾਸ਼ਟਰਪਤੀ ਇੱਕ ਬਹੁਤ ਵੱਡੀ ਪਾਵਰ ਆ, ਜੇ ਉਹ ਚਾਹਣ ਤਾਂ ਬਹੁਤ ਕੁਝ ਕਰ ਸਕਦੇ ਆ। ਪਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਵੀ ਉਹਨਾਂ ਨੇਤਾ ਵਿੱਚ ਜਾਂ ਉਹਨਾਂ ਆਗੂਆਂ ਵਿੱਚ ਆ ਗਏ ਆ ਜਿਹੜੇ ਇਹਨਾਂ ਦੀ ਜਿਹੜੀ ਇੱਕ ਸਿਰਫ ਤੇ ਸਿਰਫ ਆਪਣੀ ਉੱਚ ਪਦਵੀ ਲਈ ਜਾਂ ਪੈਸਿਆਂ ਲਈ ਬੋਲੀ ਬੋਲਦੇ ਆ? ਹਾਂਜੀ, ਸਾਡੇ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਵੀ ਆਰਐਸਐਸ ਤੇ ਭਾਜਪਾ ਦੀਆਂ ਨੀਤੀਆਂ ਤੇ ਉਤਰੇ ਆਏ ਆ। ਤੁਸੀਂ ਇੱਕ ਪਿੱਛੇ ਜਿਹੇ ਵੀਡੀਓ ਵੀ ਦੇਖੀ ਹੋਣੀ ਆ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਇੱਕ ਮੰਦਿਰ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਉਸ ਮੰਦਿਰ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਇਹਦਾ ਕੀ ਕਾਰਨ? ਉਹ ਦਲਿਤ ਆ। ਜੇ ਉਹ ਦਲਿਤ ਆ ਤੇ ਉਹਨਾਂ ਨੂੰ ਮੰਦਿਰ 'ਚ ਵੜਨ ਨਹੀਂ ਦਿੱਤਾ ਜਾਂਦਾ, ਉਹ ਇੱਕ ਰਾਸ਼ਟਰਪਤੀ ਦੀ ਕੁਰਸੀ ਤੇ ਬੈਠ ਕੇ ਆਪਣੇ ਨਾਲ ਹੋਏ ਵਿਤਕਰੇ ਦਾ ਵਿਰੋਧ ਨਹੀਂ ਕਰ ਸਕਦੇ। ਆਪਣੇ ਨਾਲ ਹੋਏ ਵਿਤਕਰੇ ਦਾ ਵਿਰੋਧ ਜੋ ਇਨਸਾਨ ਨਹੀਂ ਕਰ ਸਕਦਾ, ਉਹਨੇ ਦੂਸਰੇ ਦੇ ਪੱਖ ਵਿੱਚ ਕੀ ਖੜਨਾ, ਤੇ ਉਹਨੇ ਲੜਕੀ ਦਾ ਵਿਰੋਧ ਕੀ ਕਰਨਾ? ਲੜਕੀ ਦੇ ਨਾਲ ਜੋ ਵੀ ਵਾਪਰਿਆ ਆ ਉਹਦੀ ਆਵਾਜ਼ ਉਹ ਕਿੱਥੋਂ ਚੱਕ ਲੂ ਇਨਸਾਨ? ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਇਹ ਵੀ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਚਾਲਾਂ ਆ ਕਿ ਜਿਹੜੀ ਨੌਜਵਾਨ ਪੀੜ੍ਹੀ ਕਿਤੇ ਪੜ੍ਹ ਲਿਖ ਕੇ ਆਪਣੀ ਜਿਹੜੀ ਆ ਹੱਕਾਂ ਪ੍ਰਤੀ ਜਾਗਰੂਕ ਨਾ ਹੋ ਜਾਵੇ ਜਾਂ ਆਵਾਜ਼ ਨਾ ਉਠਾਵੇ, ਉਹਨਾਂ ਦੇ ਜਿਹੜੇ ਗਲਤ ਕੰਮ ਕੀਤੇ ਜਾ ਰਹੇ ਆ, ਜਿਹੜੇ ਇਦਾਂ ਦੇ ਘਪਲੇ ਸਾਹਮਣੇ ਆਉਂਦੇ, ਉਹਨਾਂ ਨੂੰ ਦਬਾ ਦਿੱਤਾ ਜਾਂਦਾ? ਹਾਂਜੀ ਬਿਲਕੁਲ, ਇਹ ਹੋਰ ਵੀ ਬਹੁਤ ਘਪਲੇ ਸਰਕਾਰ ਦੇ ਸਾਹਮਣੇ ਆਉਂਦੇ ਆ ਤੇ ਅਕਸਰ ਹੀ ਦਬਾਏ ਜਾਂਦੇ ਆ। ਜਦੋਂ ਹੁਣ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਆ ਕਾਂਗਰਸ ਸਰਕਾਰ ਵੱਲੋਂ, ਇਹ ਸਰਕਾਰ ਨੇ ਇੱਕ ਬਹੁਤ ਵੱਡਾ ਧੋਖਾ ਕੀਤਾ ਆ ਸਾਡੇ ਸਮਾਜ ਦੇ ਦਲਿਤ ਵਿਦਿਆਰਥੀਆਂ ਦੇ ਨਾਲ। ਹੁਣ ਇੰਨੇ ਸਾਲ ਹੋ ਗਏ ਆ, ਕਾਲਜ ਯੂਨੀਵਰਸਿਟੀਜ਼ ਤੰਗ ਪਰੇਸ਼ਾਨ ਕਰ ਰਹੀਆਂ ਆ ਸਾਡੇ ਸਮਾਜ ਦੇ ਬੱਚਿਆਂ ਨੂੰ, ਹਰਾਸਮੈਂਟ ਹੁੰਦੀ ਆ ਉਹਨਾਂ ਦੀ ਫੀਸਾਂ ਨੂੰ ਲੈ ਕੇ, ਸਕਾਲਰਸ਼ਿਪ ਨੂੰ ਲੈ ਕੇ, ਤੇ ਸਾਡੇ ਸਮਾਜ ਦੇ ਲੋਕ, ਸਾਡੇ ਸਮਾਜ ਦੇ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਕਿਤੇ ਨਾ ਕਿਤੇ ਛੱਡ ਕੇ ਸੜਕਾਂ ਦੇ ਉੱਤੇ ਆ ਕੇ ਇਸ ਚੀਜ਼ ਦਾ ਵਿਰੋਧ ਕਰਦੇ ਆ। ਪਰ ਸਰਕਾਰ ਦੇ ਉੱਤੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਸਰਕਦੀ। ਇਹ ਸਰਕਾਰ ਚੁੱਪ ਹੋ ਕੇ ਬੈਠੀ ਆ, ਉਹਨਾਂ ਨੂੰ ਸਾਡੇ ਸਮਾਜ ਦੇ ਵਿਦਿਆਰਥੀਆਂ ਦਾ ਵਿਰੋਧ ਨਹੀਂ ਦਿਖਦਾ ਤੇ ਸਾਡੇ ਸਮਾਜ ਦੇ ਵਿਦਿਆਰਥੀ ਪੜ੍ਹਨ ਦੀ ਬਜਾਏ ਸੜਕਾਂ ਦੇ ਉੱਤੇ ਆ ਕੇ ਨਾਅਰੇ ਲਗਾਉਂਦੇ ਆ। ਇਹਨਾਂ ਲੋਕਾਂ ਨੂੰ ਪੁੱਛਦੇ ਆ ਕਿ ਸਾਡਾ ਕੀ ਕਸੂਰ ਹੈ, ਸਾਨੂੰ ਕਿਉਂ ਪੜ੍ਹਾਈ ਵਰਗ ਤੋਂ ਪਿੱਛੇ ਕੀਤਾ ਜਾਂਦਾ ਹੈ। ਇਹ ਗਿਣੀਆਂ ਮਿੱਥੀਆਂ ਚਾਲਾਂ ਹੈ ਸਰਕਾਰ ਦੀਆਂ। ਇਹ ਸਰਕਾਰ ਚਾਹੁੰਦੀ ਆ ਕਿ ਸਾਡਾ ਸਮਾਜ ਪੜ੍ਹੇ ਲਿਖੇ ਨਾ, ਤਰੱਕੀ ਨਾ ਕਰੇ, ਕਿਉਂਕਿ ਇਹਨਾਂ ਨੂੰ ਪਤਾ ਆ ਜੇ ਸਾਡਾ ਸਮਾਜ ਪੜ੍ਹ ਲਿਖ ਗਿਆ ਤੇ ਸਾਡੇ ਸਮਾਜ ਦੇ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਜਾਣਾ ਆ। ਇਹਨਾਂ ਨੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਆ ਤੇ ਹੱਕ ਸਾਨੂੰ ਦੇਣੇ ਪੈਣੇ ਆ। ਸੋ ਲਾਸਟ ਵਿੱਚ ਕੰਚ ਟੀਵੀ ਰਾਹੀਂ ਸਾਡੇ ਸਮਾਜ ਦੀ ਜਿਹੜੀਆਂ ਆਪਣੇ ਸਮਾਜ ਦੀਆਂ ਔਰਤਾਂ ਆ ਜਾਂ ਆਪਣੇ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਆਪਣੇ ਸਮਾਜ ਨੂੰ ਤੇ ਆਪਣੇ ਸਮਾਜ ਦੀਆਂ ਔਰਤਾਂ ਨੂੰ ਇੱਕ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਇੱਕ ਔਰਤ ਜੋ ਇੱਕ ਪਰਿਵਾਰ ਨੂੰ, ਘਰ ਨੂੰ ਚਲਾਉਂਦੀ ਹੈ, ਜੇਕਰ ਉਹ ਪੜ੍ਹ ਲਿਖਦੀ ਆ,
ਉਹਨੂੰ ਮਿਸ਼ਨ ਦਾ ਪਤਾ ਲੱਗਦਾ ਆ ਜਾਂ ਉਹਨੂੰ ਗਿਆਨ ਹੁੰਦਾ ਹੈ ਕਿਸੇ ਚੀਜ਼ ਦਾ, ਤੇ ਉਹ ਸਾਰੇ ਪਰਿਵਾਰ ਨੂੰ ਐਜੂਕੇਟ ਕਰ ਦਿੰਦੀ ਆ। ਤੇ ਮੈਂ ਇਹੀ ਚਾਹੁੰਦੀ ਆ ਕਿ ਸਾਡੇ ਸਮਾਜ ਦੀਆਂ ਔਰਤਾਂ ਆ ਘਰ ਤੋਂ ਬਾਹਰ ਨਿਕਲਣਾ ਸ਼ੁਰੂ ਕਰਨ, ਉਹ ਮਿਸ਼ਨ ਪ੍ਰਤੀ ਚੱਲਣਾ ਸ਼ੁਰੂ ਕਰਨ, ਤੇ ਉਹਨਾਂ ਔਰਤਾਂ ਨੂੰ ਕਾਮਯਾਬੀ ਜ਼ਰੂਰ ਮਿਲੇਗੀ। ਸਿਰਫ ਇੱਕ ਔਰਤ ਨੂੰ ਨਹੀਂ, ਉਸਦੇ ਪੂਰੇ ਪਰਿਵਾਰ ਨੂੰ ਕਾਮਯਾਬੀ ਮਿਲੇਗੀ ਜੇਕਰ ਇੱਕ ਪਰਿਵਾਰ ਦੀ ਔਰਤ ਕਾਮਯਾਬ ਹੁੰਦੀ ਹੈ। ਸੋ ਕਾਂਚੀ ਟੀਵੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਹਰਪ੍ਰੀਤ ਹੁਣੀ, ਜਿਨ੍ਹਾਂ ਨੇ ਆਪਣੇ ਸਮਾਜ ਦੀਆਂ ਔਰਤਾਂ ਲਈ ਆਵਾਜ਼ ਉਠਾਈ, ਜਾਂ ਕਹੀਏ ਕਿ ਜਿਹੜੀ ਇਸ ਸਮੇਂ ਜਿਹੜੀ ਆਪਣੇ ਤਰਾਸਦੀ ਆ ਸਾਡੇ ਸਮਾਜ ਦੀ, ਕਿ ਸਾਡੇ ਸਮਾਜ ਵਿੱਚ ਏਕਾ ਨਹੀਂ ਹੈਗਾ, ਉਹਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੋ ਅਸੀਂ ਵੀ ਕਾਂਚੀ ਟੀਵੀ ਦੇ ਮਾਧਿਅਮ ਰਾਹੀਂ ਇਹੀ ਅਪੀਲ ਕਰਦੇ ਹਾਂ ਕਿ ਹੁਣ ਸਮਾਂ ਆ ਗਿਆ ਕਿ ਸਾਨੂੰ ਇੱਕ ਹੋ ਕੇ ਇਹ ਜਿਹੜੀਆਂ ਤਾਨਾਸ਼ਾਹੀ ਸਰਕਾਰਾਂ ਆ ਇਹਨਾਂ ਦਾ ਵਿਰੋਧ ਕੀਤਾ ਜਾਵੇ, ਤੇ ਆਪਣੇ ਸਮਾਜ ਦੀ ਜਿਹੜੀ ਆਵਾਜ਼ ਆ ਉਹ ਇੰਨੀ ਕੁ ਬੁਲੰਦ ਕੀਤੀ ਜਾਵੇ ਕਿ ਕਿਸੇ ਵੀ ਸਮਾਜ ਦੇ ਇੱਕ ਗਰੀਬ ਤੋਂ ਗਰੀਬ ਤਬਕੇ ਦੇ ਜਿਹੜੇ ਲੋਕ ਆ ਉਹਨਾਂ ਕੋਈ ਵੀ ਜਿਹੜੀ ਵਧੀਕੀ ਨਾ ਹੋ ਸਕੇ, ਕਿਉਂਕਿ ਜਦ ਤੱਕ ਆਪਣਾ ਏਕਾ ਨਹੀਂ ਹੁੰਦਾ ਉਦੋਂ ਤੱਕ ਜਿਹੜੇ ਇਦਾਂ ਦੇ ਤਰਾਸਦੀਆਂ ਜਾਂ ਇਦਾਂ ਦੇ ਜਿਹੜੇ ਘਟਨਾਵਾਂ ਆ ਉਹ ਵਾਪਰਦੀਆਂ ਰਹਿਣੀਆਂ। ਸੋ ਲੋੜ ਆ ਆਪਣੇ ਆਪ ਨੂੰ ਇੱਕ ਕਰਕੇ ਇਹਨਾਂ ਖਿਲਾਫ ਆਵਾਜ਼ ਉਠਾਉਣ ਦੀ। ਇਸ ਨਾਲ ਹੀ ਮੈਨੂੰ SK ਬੈਂਸ ਨੂੰ ਦਿਓ ਇਜਾਜ਼ਤ। ਧੰਨਵਾਦ।